औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। लाखों करोड़ों दुरूद सलाम नबी करीम सल्लल्लाहु अलैहि वसल्लम पर और उनकी आल पे। आपका मेज़बान सरदार ताहिर आपकी खिदमत में हाजिर हूँ एक नए मेहमान के साथ। आज जो मेरी मेहमान शख्सियत है वो फोंडो ग्रुप की मरकज़ी जो कोर कमेटी है उसके बुनियादी रुकन है और DC कॉलोनी के हालिया इंतखाबात में दियारे गैर अमरीका से अपनी फैमिली के हमरा DC कॉलोनी में तकरीबन 12 साल से मुकीम हैं और अमरीका में सेटल हैं और सिर्फ DC कॉलोनी के हालिया इंतखाबात में फोंडो ग्रुप की कामयाबी के लिए इसकी कंपेन के लिए इस वक्त गुजरावाला DC कॉलोनी में मौजूद हैं। मेरी मुराद चौधरी साबर वड़ैच साहब से है जो आज मेरे मेहमान हैं। उनसे DC कॉलोनी के मसाइल के ऊपर फोंडो ग्रुप के हवाले से और साबका रजीम की कारकर्दगी के हवाले से एक खूबसूरत नशिस्त होगी, लेकिन उनसे बातचीत शुरू करने से पहले यहाँ लूँगा एक छोटा सा ब्रेक। वेलकम बैक। आज जेड़े मेरे मेहमान ने वो मोहतरम कोर कमेटी फोंडो ग्रुप के मरकजी जेड़े रहनुमा ने इन्हों के उन्होंने चो एक नाम उन्होंने चौधरी साबर वड़ैच साहब। बहुत शुक्रिया चौधरी साहब आपका, आपने अपना कीमती टाइम हमारे नाज़रीन के लिए हमें दिया। DC कॉलोनी के होने वाले इंतखाबात में आपसे गुफ्तगू कर सका और उसके बारे मालूमात लै सका। चौधरी साहब जड़ा तुसी DC कॉलोनी च कितने अरसे तो रह रहे हो और तुहाडा बुनियादी जड़ा इलाका कड़ा है साढ़े नाज़रीन लिए जरा दस दियो। बिस्मिल्लाहिर्रहमानिर्रहीम। मैं जनाब इत्थे तकरीबन कोई 12-14 साल तो DC कॉलोनी रह रहा। जी जी। ते साडा तल्लक ते वज़ीराबाद नाल छोटा जिहा पिंड है अपना मरूफाबाद। अच्छा। तहसील वज़ीराबाद च ते इत्थे 12-14 साल तो असीं इत्थे शिफ्ट होए आ। जी जी। ते क्यों शिफ्ट होए सो, की वेख के DC कॉलोनी से इत्थे आए सो? ਇਹ ਕਲੋਨੀ ਜਦੋਂ ਆਏ ਆ ਉਦੋਂ ਮਾਸ਼ਾਅੱਲਾ ਇੰਨੀ ਰੌਣਕ ਨਹੀਂ ਸੀ, ਲੇਕਿਨ ਅੱਛਾ ਸੀ ਉਸ ਵੇਲੇ ਵੀ ਬੜਾ ਬਿਹਤਰ ਸੀ। ਜੀ ਜੀ। ਤੇ ਉਸ ਤੋਂ ਬਾਅਦ ਤੇ ਬਹੁਤ ਅੱਛੀ ਇਹਦੀ ਲੋਕੇਸ਼ਨ ਅੱਛੀ ਸੀ। ਇੱਥੇ ਵੈਸੇ ਮਤਲਬ ਹਰ ਚੀਜ਼ ਜਿਹੜੀ ਹੈ ਬਾਗੋਬਾਨ ਸੀ, ਹਰ ਚੀਜ਼ ਸੜਕਾਂ ਸੜਕਾਂ ਸਫਾਈ ਐਗਰੀਕਲਚਰ ਸਾਰਾ ਕੁਝ ਉਸ ਵੇਲੇ ਠੀਕ ਸੀ। ਐਗਰੀਕਲਚਰ ਦਾ ਵੀ ਸਾਰਾ ਕੰਮ ਜੀ ਜੀ। ਲੇਕਿਨ ਹੁਣ ਜਿਹੜਾ ਨਾ ਹੁਣ ਤਾਂ ਥੋੜਾ ਜਿਹੀ ਬਦਦਿਲੀ ਜੀ ਹੋ ਗਈ ਹੈ। ਇਹ ਪਿਛਲਾ ਜਿਹੜਾ ਕੋਈ ਗੁਜ਼ਰਿਆ ਨਾ ਥੋੜਾ ਅਰਸਾ ਇਹਦੇ ਵਿੱਚ ਕਿਸੇ ਕੰਮ ਤੁਸੀਂ ਇਹਦੀ ਜਿਹੜੀ ਲੋਕੇਸ਼ਨ ਦੇਖ ਕੇ ਇਹਦੀ ਆਬੋ ਹਵਾ ਦੇਖ ਕੇ ਤੇ ਆਪਣੇ ਦੋਤਰ ਪੋਤਰ ਦੇ ਆਲਾ ਮੁਸਤਕਬਲ ਜਿਹਨੀ ਕਿ ਤਾਲੀਮ ਦੇ ਹਵਾਲੇ ਨਾਲ ਇਹ ਸੋਚਿਆ ਸੀ ਕਿ ਚਲੋ ਇੱਥੇ ਜ਼ਰਾ ਐਜੂਕੇਸ਼ਨ ਵਾਸਤੇ ਸਕੂਲਾਂ ਦਾ ਬਿਹਤਰ ਨਿਜ਼ਾਮ ਹੋਵੇਗਾ। ਜੀ ਜੀ। ਬੱਚਿਆਂ ਦੀ ਪੜ੍ਹਾਈ ਦੀਆਂ ਸਹੂਲਤਾਂ ਹੋਰ ਹਰ ਕਿਸਮ ਦੀਆਂ ਇੱਥੇ ਸਹੂਲਤਾਂ ਦੱਸੀਆਂ ਜਾਂਦੀਆਂ ਹਨ। ਜੀ ਜੀ। ਕਿ ਇੱਥੇ ਜਿਹੜਾ ਹਸਪੀਟਲ ਹੋਵੇਗਾ ਵਿੱਚ ਸਫਾਈ ਦਾ ਨਿਜ਼ਾਮ ਜਿਹੜੀਆਂ ਸਾਰੀਆਂ ਚੀਜ਼ਾਂ ਵੇਖ ਕੇ ਤੁਸੀਂ DC ਕਲੋਨੀ ਆਏ? ਜੀ ਹਾਂ DC ਕਲੋਨੀ। ਠੀਕ ਹੋਇਆ। ਬੇਸਿਕਲੀ ਤੁਸੀਂ ਨੈਸ਼ਨੈਲਿਟੀ ਹੋਲਡਰ ਹੋ ਅਮਰੀਕਨ ਔਰ ਤੁਸੀਂ ਸਪੈਸ਼ਲ ਇਲੈਕਸ਼ਨ ਦੇ ਸਿਲਸਿਲੇ 'ਚ ਕੁਝ ਮਹੀਨੇ ਤੋਂ DC ਕਲੋਨੀ 'ਚ ਆਏ ਹੋਏ ਹੋ ਔਰ ਇਹਦੀ ਖਾਸ ਵਜ੍ਹਾ ਕੀ ਹੈ ਕਿ ਫੋਂਡੋ ਗਰੁੱਪ ਦੇ ਨਾਲ ਤੁਸੀਂ ਅੱਜ ਹਮਾਇਤ ਕਰ ਰਹੇ ਹੋ ਔਰ ਇਲੈਕਸ਼ਨ ਲਈ ਆਏ ਹੋਏ ਹੋ? ਇਹ ਦਰਅਸਲ ਮੈਂ ਇਸ ਤੋਂ ਪਹਿਲੇ ਵੀ ਕੋਈ ਸਾਲ ਕੋ ਪਹਿਲੇ ਆਇਆ ਸੀ। ਜੀ ਜੀ। ਤੇ ਉਹ ਇੱਥੇ ਆ ਕੇ ਸੁਣਿਆ ਕਿ ਇੱਥੇ ਨਾ ਬਹੁਤ ਜ਼ਿਆਦਾ ਕਰਪਸ਼ਨ ਹੋ ਰਹੀ ਹੈ ਤੇ ਬੇੜਾ ਗਰਕ ਕਰ ਦਿੱਤਾ ਗਿਆ ਇਹਦਾ। ਜੀ ਜੀ। ਹਰ ਚੀਜ਼ ਜਿਹੜੀ ਹੈ ਉਹ ਡਾਊਨ ਜਾ ਰਹੀ ਹੈ। ਠੀਕ ਹੈ। ਹਰ ਲਿਹਾਜ਼ ਨਾਲ ਜਿਹੜਾ ਨਾ ਇਹ ਕੋਈ ਅੱਛਾ ਨਹੀਂ ਸਮਝਿਆ ਜਾ ਰਿਹਾ। ਜੀ ਜੀ। ਤੇ ਉਹ ਇਹ ਸੋਚ ਕੇ ਤੇ ਐਤਕਾਂ ਇਲੈਕਸ਼ਨ ਦਾ ਪਤਾ ਚੱਲਿਆ ਤੇ ਮੈਂ ਵੀ ਅਮਰੀਕਾ ਤੋਂ ਵਾਪਸ ਆਇਆ। ਠੀਕ ਹੈ। ਮੈਂ ਚਲੋ ਅਸੀਂ ਜਿੰਨੇ ਕੁ ਵੀ ਕਰ ਸਕੀਏ ਥੋੜਾ ਬੜਾ ਆਪਣਾ ਹਿੱਸਾ ਵਿੱਚ ਪਾਈਏ। ਠੀਕ ਹੈ। ਤਾਂ ਕਿ ਚਲੋ ਉਸ ਰਜੀਮ ਤੋਂ ਜਾਨ ਛੁੱਟੇ ਲੋਕਾਂ ਦੀ ਤੇ ਸ਼ਾਇਦ ਅੱਲਾ ਕਰੇ ਕਿ ਅੱਗੋਂ ਕੋਈ ਬਿਹਤਰ ਜਿਹੜਾ ਇਹਦਾ। ਅੱਛਾ, ਜਦੋਂ ਤੁਸੀਂ DC ਕਲੋਨੀ ਆਏ ਸੋ ਉਦੋਂ ਖਾਲਿਦ ਸੁਲਤਾਨ ਸਾਹਿਬ ਦਾ ਦੌਰਾ ਸੀ? ਜੀ ਖਾਲਿਦ ਉਹ ਕੱਲੇ ਵਾਹਿਦ ਮਾਲਕ ਸਨ ਜੋ ਸਿਆਰ ਸਫੇਦ ਦੇ। ਬਿਲਕੁਲ ਇਸ ਤਰ੍ਹਾਂ। ਤੇ ਬਾਅਦ ਤੇ 2016 ਚ ਪਹਿਲੀ ਦਫਾ ਇਲੈਕਸ਼ਨ ਹੋਇਆ, ਫਿਰ 19 ਚ ਹੋਇਆ, ਉਹ ਤੀਸਰੀ ਦਫਾ ਇਲੈਕਸ਼ਨ ਹੋ ਰਿਹਾ। ਜੀ ਜੀ। ਪਹਿਲੇ ਇਲੈਕਸ਼ਨ ਨਹੀਂ ਸਿਲੈਕਸ਼ਨ ਹੁੰਦੀ ਸੀ? ਜੀ ਪਹਿਲੇ ਤੋਂ ਸਿਲੈਕਸ਼ਨ। ਤੇ ਫੋਂਡੋ ਗਰੁੱਪ ਦਾ ਤੁਸੀਂ ਇੰਤਖਾਬ ਕਿਉਂ ਕੀਤਾ, ਉਹਦੀ ਕੀ ਵਜ੍ਹਾ? ਇਹ ਇੱਕ ਤਾਂ ਮੈਂ ਜ਼ਾਤੀ ਤੌਰ ਤੇ ਹਾਜੀ ਅਮਜਦ ਜਿਹੜੇ ਸਾਹਿਬ ਨੇ ਇਹਨਾਂ ਨੂੰ ਜਾਣਨਾ।
ਠੀਕ ਹੈ ਕਿ ਇੱਕ ਤੇ ਉਹ ਬੜੇ ਪਰਹੇਜ਼ਗਾਰ ਜੇ ਨੇਕ ਆਦਮੀ ਨੇ, 5 ਵਕਤ ਦੇ ਨਮਾਜ਼ੀ ਨੇ, ਠੀਕ ਹੈ ਤੇ ਦੂਸਰਾ ਉਹਨਾਂ ਜਿੰਨੇ ਵੀ ਆਪਣੇ ਨਾਲ ਰਜੀਮ ਲਾਈ ਹੈ ਠੀਕ ਹੈ ਉਹ ਸਾਰੀ ਇੱਥੇ ਦੀ ਰਿਹਾਇਸ਼ੀ ਹੈ। ਠੀਕ ਹੋ ਗਿਆ ਉਹਨਾਂ ਨੂੰ ਪਤਾ ਇੱਥੇ ਨੁਕਸਾਨ ਕਰਾਂਗੇ ਤੇ ਆਪਣਾ ਹੀ ਮੁਸਤਕਬਲ ਬੱਚਿਆਂ ਦਾ ਖਰਾਬ ਹੋਵੇਗਾ। ਠੀਕ ਹੈ ਲਿਹਾਜ਼ਾ ਮੈਂ ਇਹ ਸੋਚ ਕੇ ਤੇ ਇਹ ਬਿਹਤਰ ਨੇ, ਬਾਕੀ ਜਿਹੜੇ ਜਿੰਨੇ ਗਰੁੱਪ ਨੇ ਉਹ ਇੱਥੇ ਦੇ ਕੋਈ ਮੁਕਾਮੀ ਰਹਿਣ ਵਾਲੇ ਨਹੀਂ, ਠੀਕ ਹੈ ਉਹ ਕੋਈ ਕਿਸੇ ਪਿੰਡੋਂ ਆਇਆ, ਕੋਈ ਕਿੱਧਰੋਂ ਆਇਆ, ਉਹ ਅਸਲ ਵਿੱਚ ਸਾਰੇ ਨੇ ਦਿਹਾੜੀਬਾਜ਼। ਠੀਕ ਹੈ ਉਹਨਾਂ ਦਾ ਮਕਸਦ ਸਿਰਫ ਇਹ ਹੀ ਹੈ ਕਿ ਜਿੱਤ ਕੇ ਆਓ ਤੇ ਇਹਨੂੰ ਲੁੱਟੋ ਲੁੱਟੋ ਆਹਾ ਤੇ ਅੱਲਾ ਬੇਲੀ। ਜਿਹੜੀ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਕੰਮ ਦੇਖਿਆ ਕਿ ਰਿਹਾਇਸ਼ੀਆਂ ਦਾ ਗਰੁੱਪ ਹੈ ਜਿਹੜਾ ਰਿਹਾਇਸ਼ੀਆਂ ਦਾ ਮਸਾਇਲ ਬਿਹਤਰ ਅੰਦਾਜ਼ ਨਾਲ ਸਮਝਦਾ ਔਰ ਹੱਲ ਕਰੇਗਾ, ਤਾਂ ਤੁਸੀਂ ਫਾਊਂਡਰ ਗਰੁੱਪ ਦੇ ਨਾਲ ਜੀ ਬਿਲਕੁਲ, ਕਿਉਂ ਠੀਕ ਹੋ ਨਹੀਂ। ਗਿਆ। ਦੂਜੇ ਪਾਸੇ ਤੁਸੀਂ ਇਹ ਸਮਝਦੇ ਹੋ ਕਿ ਜਿਨ੍ਹਾਂ ਦਾ ਕੋਈ ਘਰ ਬੂਆ ਇੱਥੇ ਨਹੀਂ, ਜੀ ਉਹ ਸਿਰਫ ਇਲੈਕਸ਼ਨ ਲੜਨ ਲਈ ਆਏ ਨੇ ਔਰ ਆਪਣੇ ਮਫਾਦਾਤ ਦੀ ਲਈ ਇਕੱਠੇ ਨੇ, ਤੇ ਤਾਂ ਤੁਸੀਂ ਉਹਨਾਂ ਦੇ ਨਾਲ ਨਹੀਂ। ਨਹੀਂ, ਉਹ ਇਹ ਵੀ ਦੇਖੋ ਨਾ, ਪਹਿਲਾਂ ਉਸ ਗਰੁੱਪ ਦੇ ਵਿੱਚ ਉਹ ਲੋਕ ਸ਼ਾਮਲ ਹੋ ਗਏ ਨੇ ਜਿਹੜੇ ਇੱਕ ਦੂਜੇ ਦੇ ਖਿਲਾਫ ਇੰਨੀਆਂ ਫਾਈਲਾਂ ਲੈ ਕੇ ਲਗੇ ਫਿਰਦੇ ਹਨ ਜੀ ਜੀ ਤੇ ਇੱਕ ਦੂਸਰੇ ਦੇ ਖਿਲਾਫ ਇੰਨੇ ਕੇਸ ਕੀਤੇ ਹਨ ਜੀ ਜੀ ਤੇ ਬਾਅਦ ਵਿੱਚ ਮਫਾਦ ਪ੍ਰਸਤੀ ਦਾ ਤੁਸੀਂ ਦੇਖ ਲਓ ਕਿ ਹੁਣ ਜਿਹੜਾ ਉਹ ਹੀ ਬੰਦੇ ਉਹਨਾਂ ਦੇ ਨਾਲ ਜਾ ਲੱਗੇ ਨੇ ਠੀਕ ਹੈ ਤੇ ਉਹ ਆਪਣਾ ਗਰੁੱਪ ਬਣ ਕੇ ਤੇ ਇਲੈਕਸ਼ਨ ਪਰ ਲੜਦੇ ਨੇ ਕਿ ਅੱਗੋਂ ਰਲ ਕੇ ਲੁੱਟਾਂਗੇ ਇਹਨੂੰ। ਸਹੀ ਸਹੀ ਤੇ ਅੱਲਾ ਮੈਨੂੰ ਤੇ ਇਹ ਚੀਜ਼ਾਂ ਨਹੀਂ ਪਸੰਦ ਕਿ ਕਿਸੇ ਤੇ ਕੋਈ ਇਲਜ਼ਾਮ ਲਾਣਾ, ਲੇਕਿਨ ਜਿਹੜੀ ਹਕੀਕਤ ਹੈ ਉਹ ਸਾਰੀ ਦੁਨੀਆ ਦੇਖ ਰਹੀ ਹੈ। ਠੀਕ ਹੈ ਇਸ ਵਾਸਤੇ ਫਿਰ ਮੰਨਣਾ ਪਏਗਾ ਕਿ ਭਾਈ ਇਹਦੇ ਨਾਲ ਜ਼ਿਆਦਤੀ ਹੋਈ ਹੈ ਕਲੋਨੀ ਨਾਲ, ਜਾਂ ਇੱਥੇ ਦੀਆਂ ਰਿਹਾਇਸ਼ੀਆਂ ਨਾਲ, ਜਾਂ ਜਿਨ੍ਹਾਂ ਨੇ ਇੱਥੇ ਇਨਵੈਸਟਮੈਂਟ ਕੀਤੀ ਹੈ। ਜੀ ਜੀ ਤੇ ਉਹ ਬੱਚਿਆਂ ਦਾ ਮੁਸਤਕਬਲ ਵੇਖ ਕੇ ਤੇ ਇੱਥੇ ਲੋਕ ਆਏ ਸਨ, ਲੇਕਿਨ ਇੱਥੇ ਆਹਿਸਤਾ ਉਹ ਜੰਗਲ ਦਾ ਕਾਨੂੰਨ ਬਣਦਾ ਗਿਆ। ਤੇ ਹੁਣ ਤੇ ਬਹੁਤ ਹੀ ਜ਼ਿਆਦਾ ਜਿਹੜਾ ਨਾ, ਉਹ ਦੇਖ ਲਓ, ਤੁਸੀਂ ਆਪ ਦੇਖ ਲਓ ਸੜਕਾਂ ਦੇ ਉੱਤੇ ਕੋਈ ਇੱਥੇ ਸਬਜ਼ਾ ਕੋਈ ਨਹੀਂ, ਕੋਈ ਸਹੀ ਸਫਾਈ ਦਾ ਨਿਜ਼ਾਮ ਕੋਈ ਨਹੀਂ, ਸਿਕਿਉਰਿਟੀ ਦਾ ਕੋਈ ਨਹੀਂ। ਕਿਸੇ ਇੱਥੇ ਉਹ ਸਟੇਡੀਅਮ ਬਣਾਉਣਾ ਸਨ, ਉਹ ਹਾਜੀ ਅਹਿਮਦ ਸਾਹਿਬ ਵੀ ਪਤਾ ਜੇ ਉਹ ਇੱਧਰ ਆਪਣਾ 13 ਏਕੜ ਦੀ ਜਗ੍ਹਾ ਸੀ ਸਵਾਂ ਦੇ ਵਿੱਚ ਉਹ ਜਗ੍ਹਾ ਸੀ ਕੋਈ 12-14 ਏਕੜ, ਉੱਥੇ ਕੋਈ ਸਟੇਡੀਅਮ ਦਾ ਵੀ ਇਹਨਾਂ ਜਿਹੜਾ ਵੇ ਉਹ ਰੱਖੇ ਸੀ ਪ੍ਰੋਗਰਾਮ, ਉਹ ਵੀ ਕਿਸੇ ਨੇ ਅੱਗੇ ਚਲਾਇਆ। ਪੈਟਰੋਲ ਪੰਪ ਦਾ ਸੀ, ਉਹ ਉੱਥੇ ਪਏ ਆ, ਬਿਲਡਿੰਗ ਬਣੀ ਪਈ ਹੈ। ਫਿਰ ਉਹ ਸਿਕਿਉਰਿਟੀ ਦਾ ਵੀ ਤੁਹਾਨੂੰ ਦੱਸਿਆ, ਇਸ ਤੇ ਸਟੇਡੀਅਮ ਹੁੰਦਾ ਨਾਲ, ਮਤਲਬ ਮਾਰਕ ਹੀ ਹੁੰਦੀ, ਕੋਈ ਲੇਡੀ ਕਲੱਬ ਹੁੰਦਾ, ਲੇਡੀ ਕਲੱਬ, ਚਲੋ ਮਤਲਬ ਔਰਤਾਂ ਵਾਸਤੇ ਵੀ ਕੋਈ ਬਿਹਤਰੀ ਹੁੰਦੀ, ਐਜੂਕੇਸ਼ਨ, ਹਸਪਤਾਲ, ਫਿਰ ਸਫਾਈ ਜਾਂ ਮਤਲਬ ਬਾਗਬਾਨੀ, ਇਹ ਸਾਰੇ ਕੰਮ ਹੋਣ ਵਾਲੇ ਨੇ। ਜੀ ਜੀ ਤੇ ਹਾਜੀ ਅਮਜਦ ਸਾਹਿਬ ਦਾ ਤੁਹਾਨੂੰ ਪਤਾ, ਉਹ ਜਦੋਂ ਆਏ ਨੇ ਉਹਨਾਂ ਦੇ ਪੀਰੀਅਡ ਦੇ ਵਿੱਚ 4 ਦੀਵਾਰੀ ਬਣੀ ਹੈ, ਇਹਦੀ ਸੀਵਰੇਜ ਦਾ ਕੰਮ ਹੋਇਆ, ਨਕਸ਼ੇ ਬੰਦ ਸਨ, ਉਹ ਮਤਲਬ ਉਸ ਦੌਰ ਦੇ ਵਿੱਚ ਸਾਰੇ ਜਿਹੜੇ ਨੇ ਖੁੱਲ੍ਹੇ ਨੇ। ਤੇ ਉਸ ਤੋਂ ਬਾਅਦ ਕੋਈ ਇੱਕ ਐਸਾ ਕੰਮ ਨਹੀਂ, ਉਹਨਾਂ ਨੂੰ ਬੜਾ ਦੂਜੀ ਰਜੀਮ ਨੂੰ ਪੁੱਛਿਆ ਕੋਈ ਕੰਮ ਦੱਸ ਦਿਓ ਕਿ ਜਿਹੜਾ ਤੁਸੀਂ ਕੀਤਾ ਹੋਵੇ। ਸਹੀ। ਤੇ ਕੋਈ ਵੀ ਨਹੀਂ। ਆਪਣਾ ਫੇਸ 1 ਤੇ 2 ਦੇ ਵਿੱਚ ਅੱਗੋਂ 3 ਛੱਡ ਕੇ ਹੁਣ ਤਾਂ ਫਿਰ ਕਿਤਨਾ ਉਹ ਅੱਗੇ ਲੈ ਗਏ ਨੇ, ਕੋਈ 15 ਮੀਲ ਦੂਰ ਜਾ ਕੇ ਉਹਨਾਂ ਨੇ ਜਗ੍ਹਾ ਖਰੀਦ ਕੇ ਤੇ ਉਹਦੀਆਂ ਫਾਈਲਾਂ ਬਣਾ ਕੇ ਵੇਚ ਸੱਟੀਆਂ ਨੇ। ਜੀ ਜੀ। ਤੇ ਇਹ ਚੀਜ਼ਾਂ ਕੋਈ ਅੱਛੀਆਂ ਨਹੀਂ, ਇਲਜ਼ਾਮ ਕੋਈ ਅੱਛੀ ਬਾਤ ਨਹੀਂ ਲਾਣੀ ਤੇ ਨਹੀਂ ਲਾਣਾ ਚਾਹੀਦਾ, ਲੇਕਿਨ ਕੁਝ ਖੁਦਾ ਖਫੀ ਹੋਣੀ ਚਾਹੀਦੀ ਹੈ। ਅੱਛਾ, ਤੁਸੀਂ ਇਸ ਦਫਾ ਜਿਹੜੀ ਰਜੀਮ ਬਣਾ ਰਹੇ ਹੋ, ਜਿਹੜਾ ਤੁਸੀਂ ਸਿਲੈਕਸ਼ਨ ਕਰ ਰਹੇ ਹੋ, ਤੁਸੀਂ ਕੋਰ ਕਮੇਟੀ ਦੇ ਤੁਸੀਂ ਮਰਕਜ਼ੀ ਮੈਂਬਰ ਹੋ ਪਰਵੇਜ਼ ਭੱਟ ਸਾਹਿਬ ਦੇ ਨਾਲ ਜੀ, ਤੇ ਉਹਦੇ ਵਿੱਚ ਕੀ ਪੈਮਾਨਾ ਤੁਸੀਂ ਰੱਖਿਆ ਹੈ ਕਿ ਕਿਸ ਤਰ੍ਹਾਂ ਤੁਸੀਂ ਜਾਂਚ ਪੜਤਾਲ ਤੋਂ ਬਾਅਦ ਆਪਣੇ ਐਗਜ਼ੈਕਟਿਵ ਮੈਂਬਰ ਜਾਂ ਦੂਸਰੇ ਲੋਕਾਂ ਨੂੰ ਟਿਕਟ ਜਾਰੀ ਕੀਤੇ ਨੇ? ਸਾਡੇ ਕੋਲ ਬਹੁਤ ਜ਼ਿਆਦਾ ਐਪਲੀਕੇਸ਼ਨ ਆਈਆਂ ਨੇ ਐਗਜ਼ੈਕਟਿਵ ਮੈਂਬਰ ਦੀਆਂ ਵੀ, ਉਤਲੇ ਜਿਹੜੇ 4 ਬੰਦੇ ਨੇ ਰਜੀਮ ਦੇ ਸਾਡੇ, ਉਹ ਵੀ। ਤੇ ਉਹਦੇ ਵਿੱਚ ਅਸੀਂ ਬੜਾ ਹੀ ਤਹਿਕੀਕ ਕੀਤੀ ਹੈ, ਬੜਾ ਉਹਨਾਂ ਨੂੰ ਮਤਲਬ ਚੈੱਕ ਕਰਕੇ ਤੇ ਫਿਰ ਅਸੀਂ ਉਹਨਾਂ ਨੂੰ ਨਾ ਅਨਾਉਂਸ ਕਰ ਰਹੇ ਹਾਂ ਜਾਂ ਅਲਾਉਡ ਕਰ ਰਹੇ ਹਾਂ ਕਿ ਕਿਹੜਾ ਬੰਦਾ ਸਾਡੇ ਨਾਲ ਅੱਗੇ ਚੱਲੇਗਾ, ਇਲੈਕਸ਼ਨ ਲੜੇਗਾ। ਠੀਕ ਹੈ। ਤੇ ਜਿਹੜੇ ਬੰਦੇ ਸਾਡੇ ਮਿਆਰ ਤੇ ਨਹੀਂ ਆਉਂਦੇ, ਅਸੀਂ ਬਿਲਕੁਲ ਉਹਨਾਂ ਦਾ ਕੋਈ ਲਿਹਾਜ਼ ਨਹੀਂ, ਉਹਨਾਂ ਨਾਲ ਨਹੀਂ, ਕੋਈ ਸਮਝੌਤਾ ਨਹੀਂ ਉਹਨਾਂ ਨਾਲ ਕੋਈ ਸਮਝੌਤਾ। ਐਗਜ਼ੈਕਟਿਵ ਮੈਂਬਰ ਲਈ ਤੁਸੀਂ ਸੁਣਿਆ ਕਿ ਬੜੀ ਸਖਤ, ਤੁਸੀਂ ਕੱਲ ਪਰਸੋਂ ਇੱਕ ਇਜਲਾਸ ਕੀਤਾ ਹੈ ਜਿਹਦੇ ਤੁਸੀਂ ਇਹ ਕਿਹਾ ਕਿ ਬੜੀ ਬਰੀਕ ਬੀਨੀ ਨਾਲ ਜਿਨ੍ਹਾਂ ਦੀ ਪ੍ਰੋਗਰੈਸ ਹੋਏਗੀ ਉਹਨਾਂ ਨੂੰ ਟਿਕਟ ਦਿਆਂਗੇ, ਜਿਨ੍ਹਾਂ ਦੀ ਨਹੀਂ ਹੋਏਗੀ ਬੇਸ਼ੱਕ ਉਹ ਜਿਤਨੇ ਮਰਜ਼ੀ ਸਾਡੇ ਨਾਲ ਪੁਰਾਣੇ ਸਾਥੀ ਨੇ, ਬਗੈਰ ਪ੍ਰੋਗਰੈਸ ਤੋਂ ਤੁਸੀਂ ਉਹਨਾਂ ਨੂੰ ਟਿਕਟ ਜਾਰੀ ਨਹੀਂ ਕਰੋਗੇ। ਜੀ ਬਿਲਕੁਲ ਇਸ ਤਰ੍ਹਾਂ ਹੀ ਹੋਇਆ, ਸਾਰਿਆਂ ਭਰਾਵਾਂ ਦੇ ਮਤਫਕਾ ਫੈਸਲਾ ਸੀ ਇਹ। ਜੀ ਜੀ। ਤੇ ਉਹਦੇ ਵਿੱਚ ਇਹ ਗੱਲ ਹੋਈ ਹੈ ਕਿ ਜਿਹੜੇ ਬੰਦਿਆਂ ਕੰਮ ਕਰਨਗੇ ਜਾਂ ਪ੍ਰੋਗਰੈਸ ਦੇਣਗੇ ਜਾਂ ਜਿਹੜੇ ਇਸ ਆਇਲ ਨੇ
ਤੇ ਜਿਹੜੇ ਪਹਿਲਾਂ ਹੀ ਮਤਲਬ ਕਿ ਚੱਲ ਹੀ ਨਹੀਂ ਸਕਦੇ ਤੇ ਉਹਨਾਂ ਨੂੰ ਅੱਗੇ ਲਿਆਉਣ ਦਾ ਫਾਇਦਾ ਕੋਈ ਨਹੀਂ। ਠੀਕ ਹੈ, ਤੁਸੀਂ ਸਮਝਦੇ ਹੋ ਕਿ ਡੀਸੀ ਕਲੋਨੀ ਦੇ ਬਿਹਤਰ ਮਫਾਦ ਲਈ ਜਿਹੜਾ ਕੰਮ ਕਰ ਸਕਦਾ ਹੈ, ਉਹਨਾਂ ਲੋਕਾਂ ਨੂੰ ਲਿਆਓਗੇ? ਯਾਰੀ ਦੋਸਤੀ ਜਾਂ ਤਲਕ ਵੇਸ ਤੇ ਕੋਈ ਟਿਕਟ ਜਾਰੀ ਨਹੀਂ ਹੋਈ? ਨਹੀਂ, ਯਾਰੀ ਦੋਸਤੀ ਤਲਕ ਜਾਂ ਜਿਹੜਾ ਬਰਾਦਰੀਜ਼ਮ ਹੈ ਇਹ ਗਲਤ ਚੀਜ਼ਾਂ ਨੇ। ਇਹ ਬਰਾਦਰੀਜ਼ਮ ਵਿੱਚ ਹੁਣ ਦੇਖੋ ਇੱਕ ਬੰਦਾ ਸਹੀ ਹੈ ਤੇ ਉਹਨੂੰ ਵੋਟ ਦੇਣਾ ਚਾਹੀਦਾ, ਉਹ ਕਿਸੇ ਵੀ ਬਰਾਦਰੀ ਦਾ। ਠੀਕ ਹੈ, ਇਹ ਜਿਹੜਾ ਕੋਈ ਬੱਟ ਹੈ ਜਾਂ ਕੋਈ ਮਲਕ ਹੈ ਜਾਂ ਕੋਈ ਮਤਲਬ ਜੱਟ ਹੈ ਜਾਂ ਸ਼ੇਖ ਜੋ ਵੀ ਹੈ, ਇਹ ਚੀਜ਼ਾਂ ਜਿਹੜੀਆਂ ਨੇ ਪਿੱਛੇ ਰੱਖ ਕੇ ਪਹਿਲਾਂ ਦੇਖਣਾ ਚਾਹੀਦਾ ਸ਼ਖਸੀਅਤ। ਠੀਕ ਕਿ ਹੈ, ਬੰਦਾ ਕਿਹੜਾ ਸਹੀ ਕੰਮ ਕਰੇਗਾ ਕਲੋਨੀ ਵਾਸਤੇ। ਔਰ ਮੈਂ ਇਲਜ਼ਾਮ ਕਿਸੇ ਤੇ ਵੀ ਨਹੀਂ ਲਾਉਣ ਲਈ ਤਿਆਰ, ਤੇ ਨਾ ਇਲਜ਼ਾਮ ਲਾਣੇ ਚਾਹੀਦੇ ਨੇ ਜ਼ਿਆਦਾ। ਹਰ ਬੰਦੇ ਨੂੰ ਆਪਣੇ ਅੰਦਰ ਪਤਾ ਮੈਂ ਕੀ ਕੀਤਾ। ਠੀਕ ਹੈ, ਔਰ ਇੱਥੇ ਹੁਣ ਤਕਰੀਬਨ ਹਰ ਸ਼ਹਿਰੀ ਨੂੰ ਵੀ, ਹਰ ਕਲੋਨੀ 'ਚ ਰਹਿਣ ਵਾਲੇ ਬੰਦਿਆਂ ਨੂੰ ਵੀ ਪਤਾ ਕਿ ਸਾਡੇ ਨਾਲ ਜੋ ਹੋਇਆ। ਠੀਕ ਹੈ, ਤੇ ਇਸ ਦੀ ਬਿਹਤਰੀ ਵਾਸਤੇ ਜਾਂ ਇਸ ਨੂੰ ਅੱਗੇ ਚਲਾਉਣ ਵਾਸਤੇ ਸਾਰਿਆਂ ਵਾਸਤੇ ਅਪੀਲ ਕਰਨੇ ਆ ਕਿ ਫਾਊਂਡਰ ਗਰੁੱਪ ਦਾ ਸਾਥ ਦੇਣ ਤੇ ਇਹਨੂੰ ਕਾਮਯਾਬ ਕਰਨਾ। ਜੀ ਅੱਛਾ, ਤੁਹਾਡੇ ਕੰਧਿਆਂ ਉੱਤੇ ਬੜੀ ਅਹਿਮ ਜ਼ਿੰਮੇਵਾਰੀ ਹੈ ਜੀ ਜੀ ਕਿ ਤੁਸੀਂ ਉਹ ਟੀਮ ਬਣਾਣੀ ਹੈ ਜਿਹੜੀ ਡੀਸੀ ਕਲੋਨੀ ਦੇ ਜਿਹੜੀ ਖਸਾਰੇ 'ਚ ਮਸਾਇਲ 'ਚ ਘਿਰੀ ਹੋਈ ਹੈ, ਉਹਨੂੰ ਇੱਥੋਂ ਕੱਢਣ ਲਈ ਤੁਸੀਂ ਕਿਆ ਫਾਊਂਡਰ ਗਰੁੱਪ ਦੀ ਐਸੀ ਟੀਮ ਬਣਾ ਕੇ ਦਿਓਗੇ ਰਿਹਾਇਸ਼ੀਆਂ ਨੂੰ ਕਿ ਰਿਹਾਇਸ਼ੀ ਉਹਨਾਂ ਨੂੰ ਵੋਟ ਦੇ ਕੇ ਇਸ ਆਪਣੇ ਮਸਾਇਲ ਹੱਲ ਕਰਵਾ ਸਕਣ? ਇਨਸ਼ਾਅੱਲਾ ਜੀ, ਅਸੀਂ ਪੂਰੀ ਕੋਸ਼ਿਸ਼ ਵੀ ਕਰਾਂਗੇ ਔਰ ਸਾਨੂੰ ਪੂਰੀ ਤਵੱਕੋ ਵੀ ਹੈ ਜੀ ਜੀ ਕਿ ਜਿਹੜੇ ਬੰਦੇ ਅਸੀਂ ਅੱਗੇ ਲਿਆ ਰਹੇ ਹਾਂ ਇਨਸ਼ਾਅੱਲਾ ਇਹ ਪੂਰਾ ਉਤਰਨਗੇ। ਆਪਣਾ ਜਿਹੜੇ ਵਾਅਦੇ ਜਾਂ ਜੋ ਵੀ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਇਨਸ਼ਾਅੱਲਾ ਪੂਰਾ ਉਤਰਨ ਦੇ ਲੋਕਾਂ ਦੀਆਂ ਉਮੀਦਾਂ ਤੇ ਠੀਕ ਕੰਮ ਕਰਨ ਦੇ। ਇਹ ਕੋਈ ਵੀ ਨਹੀਂ, ਐਸਾ ਡਾਊਟ ਨਹੀਂ। ਔਰ ਇਹ ਜ਼ਿੰਮੇਵਾਰੀ ਸਾਡੀ ਵੀ ਹੋਵੇਗੀ ਨਾਲ ਇਹਨਾਂ ਦੇ ਕਿ ਅਗਰ ਲੋਕਾਂ ਨੇ ਸਾਡੇ ਤੇ ਇਤਮਾਦ ਕੀਤਾ ਤਾਂ ਨਿਰਾ ਅਸੀਂ ਇਹਨਾਂ ਮੈਂਬਰਾਂ ਤੇ ਨਹੀਂ, ਅਸੀਂ ਅੱਗੋਂ ਕਮੇਟੀਆਂ ਵੀ ਬਣਾਉਣ ਲੱਗੇ ਹਰ ਬਲਾਕ ਦੇ ਵਿੱਚ, ਜਿਹੜਾ ਕਿ ਸਾਨੂੰ ਦੱਸਣ ਦੀਆਂ ਕਿ ਬਲਾਕ ਦੇ ਕਿਹੜਾ ਕਿਹੜਾ ਕੰਮ ਹੋਣ ਵਾਲਾ ਹੈ, ਇੱਥੇ ਕੀ ਚਾਹੀਦਾ। ਉਹ 5-5 ਬੰਦੇ ਦੀ ਹਰ ਬਲਾਕ ਦੇ ਵਿੱਚ ਕਮੇਟੀ ਬਣੇਗੀ ਜਿਹੜਾ ਕਿ ਦੱਸੇ ਦੀ ਕਿ ਬਈ ਜੋ ਜੋ ਜ਼ਰੂਰਤ ਹੈ ਆਪਣੇ ਆਪਣੇ ਬਲਾਕਾਂ ਵਿੱਚ। ਠੀਕ ਹੋ ਗਿਆ। ਤੇ ਅਸੀਂ ਇਨਸ਼ਾਅੱਲਾ ਇਹਨੂੰ ਪੂਰੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਮੀਦ ਵੀ ਅੱਲਾਹ ਤਾਲਾ ਸਾਡੀ ਮਦਦ ਕਰਨ ਦੇ। ਔਰ ਜਿਹੜਾ ਨੀਅਤ ਨਾਲ ਕੰਮ ਕਰੀਏ ਉਹਦੇ ਚ ਅੱਲਾ ਮੀਆਂ ਬਰਕਤ ਵੀ ਪਾਉਂਦੇ ਨੇ। ਅੱਛਾ ਵਿਰਾਜ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਇੱਕ ਪੂਰੀ ਤਿਆਰੀ ਨਾਲ ਇੱਕ ਮੁਨਜ਼ਮ ਟੀਮ ਦੇ ਨਾਲ ਇਸ ਦਫਾ ਮੌਕਾ ਮਿਲਿਆ ਤੇ ਜ਼ਰੂਰ ਰਿਹਾਇਸ਼ੀ ਦੇ ਮਸਾਇਲ ਹੱਲ ਕਰੋਗੇ। ਜੀ ਬਿਲਕੁਲ। ਅੱਛਾ, ਉਹਨੇ ਇਹ ਵੇ ਕਿ ਦੂਜੇ ਪਾਸੇ ਜੋੜ ਤੋੜ ਬੜਾ ਹੋਇਆ ਹੈ, ਬੜੇ ਬੜੇ ਚੌਧਰੀ, ਬੜੇ ਬੜੇ ਸਿਆਸੀ ਇਕੱਠ, ਜੀ ਜੀ ਕੱਦ ਕਾਠ ਦੇ ਲੋਕ ਜੋੜ ਤੋੜ ਕਰਕੇ ਇਕੱਠੇ ਹੋ ਗਏ। ਜੀ ਜੀ ਤੁਸੀਂ ਕਿਉਂ ਨਹੀਂ ਜੋੜ ਤੋੜ ਕੀਤਾ? ਫਾਊਂਡਰ ਗਰੁੱਪ ਨੇ, ਤੁਸੀਂ ਕੋਰ ਕਮੇਟੀ ਦੇ ਮੈਂਬਰਸ ਹੋ, ਤੁਸੀਂ ਇਸ ਪਾਸੇ ਕਿਉਂ ਨਹੀਂ ਗਏ ਕਿ ਜੋੜ ਤੋੜ ਕਰਕੇ ਆਪਣੇ ਗਰੁੱਪ ਨੂੰ ਹੋਰ ਤਗੜਾ ਕਰ ਦੇ? ਅਸੀਂ ਅਸਲ ਵਿੱਚ ਅਸਲ ਵੋਟ ਜਿਹੜੇ ਨਾ ਅਸੀਂ ਉਹਨਾਂ ਤੇ ਫੋਕਸ ਰੱਖਿਆ। ਠੀਕ ਹੈ। ਔਰ ਦੂਸਰਾ ਜਿਹੜਾ ਕਿ ਸਹੀ ਜਿਹੜੇ ਲੋਕ ਇੱਥੇ ਦੇ ਰਿਹਾਇਸ਼ੀ ਸਨ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਹੈ। ਠੀਕ ਹੈ। ਇਹ ਜਿਹੜੇ ਲੋਕ ਨੇ ਬਸ ਕਾਲ ਕਰਕੇ ਬਾਹਰੋਂ ਪਿੰਡਾਂ ਵਿੱਚੋਂ ਸੱਜਿਓਂ ਖੱਬਿਓਂ ਗੱਡੀਆਂ ਇਕੱਠੀਆਂ ਕਰ ਲਈਆਂ ਤੇ ਅੱਲਾ ਲੱਲਾ ਤੇ ਯਲਾ ਯਲਾ, ਉਹ ਸਾਡੇ ਕੋਲ ਗੱਲ ਨਹੀਂ। ਅਸੀਂ ਅਸਲ ਲੋਕ ਜਿਹੜੇ ਨੇ, ਅਸਲ ਜਿਹੜੇ ਇੱਥੇ ਦੇ ਰਿਹਾਇਸ਼ੀ ਨੇ ਜਾਂ ਜਿਨ੍ਹਾਂ ਦੇ ਪਲਾਟ ਨੇ ਇੱਥੇ, ਅਸੀਂ ਉਹਨਾਂ ਨਾਲ ਰਾਬਤਾ ਕਰਨੇ ਆ। ਸਾਡੀਆਂ ਮਾਸ਼ਾਅੱਲਾ ਕਾਰਨਿੰਗ ਮੀਟਿੰਗਾਂ ਬਹੁਤ ਅੱਛੀਆਂ ਹੋ ਰਹੀਆਂ ਨੇ। ਔਰ ਛੋਟੀਆਂ ਛੋਟੀਆਂ ਪਾਰਟੀਆਂ ਵੀ ਸਾਡੀਆਂ ਜਿਹੜੀਆਂ ਨੇ 100 200 250 300 ਬੰਦੇ ਵਾਲੀ, ਉਹ ਤੇ ਰੋਜ਼ ਹੀ ਤਕਰੀਬਨ ਇੱਕ ਦੋ ਸਾਡੀ ਡੇਲੀ ਤੇ ਹੋ ਰਹੀ ਹੈ। ਠੀਕ ਹੈ। ਤੇ ਵੱਡਾ ਇਕੱਠ ਵੀ ਅਸੀਂ 2200-2300 ਬੰਦੇ ਦਾ ਕੀਤਾ ਸੀ ਤੇ ਉਹ ਵੀ ਉਹਨਾਂ ਅਜੇ ਤੱਕ ਕਿਸੇ ਨੇ ਕੀਤਾ। ਠੀਕ ਹੈ। ਤੇ ਇਨਸ਼ਾਅੱਲਾ ਫਿਰ ਅਸੀਂ ਅਨਕਰੀਬ ਅੱਗੋਂ ਜਿਹੜਾ ਨਾ ਉਹ ਕਰਾਂਗੇ। ਠੀਕ ਹੈ। ਤੇ ਇਹ ਅਸੀਂ ਵਰਕ ਕਰ ਰਹੇ ਹਾਂ। ਜਿਉਂ ਅੱਗੋਂ ਮਤਲਬ ਟਾਈਮ ਨੇੜੇ ਆਉਂਦਾ ਤੇ ਉਸ ਦੇ ਮੁਤਾਬਕ ਫਿਰ ਸਾਰਿਆਂ ਨੂੰ ਦਾਵਤ ਵੀ ਦਿਆਂਗੇ ਇਨਸ਼ਾਅੱਲਾ। ਠੀਕ ਹੋ ਗਿਆ। ਤੇ ਅੱਛਾ, ਉਹ ਕਿਹੜੇ ਮਸਲੇ ਨੇ ਕਿ ਅਗਰ ਡੀਸੀ ਕਲੋਨੀ ਦੇ ਰਿਹਾਇਸ਼ੀ ਇੱਕ ਦਫਾ ਫਿਰ ਫਾਊਂਡਰ ਗਰੁੱਪ ਦੇ ਮਨਸ਼ੂਰ ਤੇ ਜਾਂ ਇਹਨਾਂ ਦੇ ਉੱਤੇ ਇਤਮਾਦ ਦਾ ਇਜ਼ਹਾਰ ਕਰਨ ਤੇ ਤੁਸੀਂ ਉਹ ਕੰਮ ਨੇ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਰਿਹਾਇਸ਼ੀਆਂ ਦੇ ਫੌਰੀ ਕਰਨਾ ਚਾਹ ਰਹੇ ਹੋ ਤੁਸੀਂ? ਉਹ ਤੁਹਾਨੂੰ ਦੱਸਿਆ ਜਨਾਬ, ਪਹਿਲਾਂ ਤੇ ਪਿਛਲਾ ਜਿਹੜਾ ਦੌਰ ਇੱਕ ਅਮਜਦ ਸਲੀਮ ਸਾਹਿਬ ਦਾ ਗੁਜ਼ਰਿਆ ਸੀ, ਉਹਦੇ ਵਿੱਚ ਕੰਮ ਅਣਗਿਣਤ ਉਹਨਾਂ ਨੇ ਕੰਮ ਕਰਾਏ ਨੇ, ਜਿਹਦੇ ਵਿੱਚ ਨਕਸ਼ੇ ਇੱਥੇ ਬਹੁਤ ਦੇਰ ਤੋਂ ਬੰਦ ਸਨ, ਕੰਮ ਹੀ ਕੋਈ ਨਹੀਂ ਸੀ ਹੋ ਰਿਹਾ। ਜੀ ਜੀ। ਉਹ ਵੀ ਉਹਨਾਂ ਨੇ ਮਤਲਬ ਖਿਲਾਏ ਨੇ। ਸੀਵਰੇਜ ਦਾ ਬਹੁਤ ਇੱਥੇ ਪ੍ਰੋਬਲਮ ਸੀ, ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ ਸੀ, ਬੈਕ ਹੋ ਜਾਂਦਾ ਸੀ।
ਉਹ ਕਰਾਇਆ, 4 ਦੀਵਾਰੀ ਕਰਾਈ ਹੈ, ਹੋਰ ਛੋਟੇ ਮੋਟੇ ਪੈਟਰੋਲ ਪੰਪ ਦੀ ਮਨਜ਼ੂਰੀ, ਸਟੇਡੀਅਮ ਦੀ ਵੀ ਮਨਜ਼ੂਰੀ ਉਹਨਾਂ ਕਰਾਈ ਸੀ। ਸਾਰੇ ਕੰਮ ਚੱਲ ਰਹੇ ਸਨ, ਲੇਕਿਨ ਅੱਗੋਂ ਜਿਵੇਂ ਰਜੀਮ ਚੇਂਜ ਹੋਈ ਹੈ ਤੇ ਉਹਦੇ ਵਿੱਚ ਉਹਨਾਂ ਸਾਰੇ ਕੰਮ ਉੱਥੇ ਸਟਾਪ ਕਰਕੇ ਤੇ ਅੱਗੋਂ ਇਹਦੇ ਵਿੱਚ ਇਜ਼ਾਫਾ ਸ਼ੁਰੂ ਕਰ ਦਿੱਤਾ ਕਰਨਾ, ਜ਼ਮੀਨਾਂ ਖਰੀਦ ਕੇ ਦੂਰ ਦੂਰ ਕਲੋਨੀ ਤੋਂ। ਯਾਨੀ ਤੁਸੀਂ ਅਗਰ ਆਓ ਤੇ ਜਿਹੜੇ ਉਹ ਕੰਮ ਰੁਕੇ ਹੋਏ ਨੇ ਉਹ ਇਨਸ਼ਾਅੱਲਾ ਸਾਰੇ, ਔਰ ਮਜ਼ੀਦ ਵੀ ਜਿਹੜਾ ਜਿਵੇਂ ਜਿਵੇਂ ਸਾਨੂੰ ਬਲਾਕਾਂ ਦੇ ਵਿੱਚ ਆਪਣੀ ਕਮੇਟੀਆਂ ਬਣਾ ਰਹੇ ਹੋ ਦੱਸਣਗੇ ਕਿ ਇੱਥੇ ਇਹ ਜ਼ਰੂਰਤ ਹੈ, ਅਸੀਂ ਉਹ ਸਾਰਾ ਬੱਚਿਆਂ ਦਾ ਖੇਡਣ ਵਾਸਤੇ, ਔਰਤਾਂ ਵਾਸਤੇ ਜਿਹੜਾ ਮਤਲਬ ਹੈ ਕਿ ਲੇਡੀ ਕਲੱਬ, ਹੋਰ ਸਾਰੀਆਂ ਸਹੂਲਤਾਂ ਇਨਸ਼ਾਅੱਲਾ। ਫਿਰ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਟਰਾਂਸਪੋਰਟ ਦਾ ਵੀ ਜਿਹੜਾ ਵੇ ਸਹੂਲਤ ਹੋਣੀ ਚਾਹੀਦੀ ਹੈ। ਜੀ ਜੀ ਟਰਾਂਸਪੋਰਟ ਵੀ ਦੇਖੋ, ਬਾਜ਼ ਲੋਕ ਹੈ ਨੇ ਜਿਨ੍ਹਾਂ ਕੋਲ ਗੱਡੀ ਛੱਡੀ ਦਾ ਨਹੀਂ ਵੀ ਹੁੰਦਾ, ਬਹੁਤ ਸਾਰੇ ਲੋਕ ਕੰਮ ਕਰਨ ਆਉਂਦੇ ਨੇ। ਜੀ ਹਾਂ, ਕੰਮ ਕਰਨ ਆਉਂਦੇ ਨੇ। ਅਸੀਂ ਇਧਰੋਂ ਨਾ ਕੈਂਟ ਤੋਂ ਇਹ ਮੇਨ ਰੋਡ ਤੇ ਗੱਡੀਆਂ ਇਨਸ਼ਾਅੱਲਾ ਹੈ ਪਲਾਨਿੰਗ ਇਹ ਵੀ ਕਿ ਉਧਰ ਮੇਨ ਜਿਹੜਾ ਸਾਡਾ ਗੇਟ ਪਹਿਲੇ ਵਾਲਾ ਉੱਥੋਂ ਲਾ ਕੇ ਇੱਧਰ ਗੱਡੀ ਇੱਕ ਉਧਰੋਂ ਚੱਲੇ ਕਰੇ, ਕੋਈ ਇੱਕ ਇੱਧਰੋਂ ਚੱਲੇ ਕਰੇ ਦੀ। ਜੀ ਜੀ ਇਹ ਵੀ ਸਹੂਲਤ ਇਨਸ਼ਾਅੱਲਾ ਦਿਆਂਗੇ। ਠੀਕ ਹੈ। ਤੇ ਬਾਕੀ ਵੀ ਜੋ ਵੀ ਮੁਮਕਨ, ਜੋ ਇਹਨਾਂ ਦੇ ਵਾਸਤੇ ਬਿਹਤਰ ਹੋਇਆ ਸ਼ਹਿਰੀਆਂ ਵਾਸਤੇ, ਜਾਂ ਇਹ ਹਸਪੀਟਲ ਦਾ ਤੁਹਾਡਾ ਇੱਕ ਮਨਸੂਬਾ ਹੈ? ਜੀ ਹਸਪੀਟਲ ਇਨਸ਼ਾਅੱਲਾ ਉਹ ਤੇ ਫਸਟ ਹੈ ਨਾ, ਐਜੂਕੇਸ਼ਨ ਦੇ ਵਾਲੇ ਦੀ ਗੱਲ ਕਰ ਰਹੇ ਸੀ। ਐਜੂਕੇਸ਼ਨ ਹਸਪੀਟਲ ਉਹ ਤੁਹਾਨੂੰ ਦੱਸਿਆ, ਕਲੱਬ ਜਿਹੜਾ ਵੇ ਨਾ ਵਾਸਤੇ ਮਤਲਬ ਲੇਡੀ ਕਲੱਬ, ਸਫਾਈ, ਸਿਕਿਉਰਿਟੀ। ਅੱਛਾ, ਇੱਕ ਹੋਰ ਗੱਲ ਜੀ ਜੀ ਠੀਕ ਹੈ, ਤੁਸੀਂ ਇੱਕ ਪੂਰਾ ਮਨਸ਼ੂਰ ਬਣਾਇਆ, ਪਲਾਨਿੰਗ ਮੌਜੂਦ ਹੈ। ਜੀ ਜੀ ਹਾਜੀ ਅਮਜਦ ਸਲੀਮ ਬੱਟ ਹੀ ਕਿਉਂ, ਇਹਨੂੰ ਲੋਕ ਕਿਉਂ ਵੋਟ ਦੇਵਣ 12 ਮਾਰਚ ਨੂੰ, ਉਹਦੀ ਕੀ ਵਜ੍ਹਾ, ਔਰ ਤੁਸੀਂ ਕੀ ਕਹੋਗੇ ਕਿ ਕਿਉਂ ਦੇਵਣ ਵੋਟ? ਇੱਕ ਤੇ ਇਹਨਾਂ ਪਿਛਲੀ ਰਜੀਮ ਦੇ ਵਿੱਚ ਤੁਹਾਨੂੰ ਦੱਸਿਆ ਕਿ ਬਹੁਤ ਜ਼ਿਆਦਾ ਕੰਮ ਕੀਤੇ। ਦੂਸਰਾ ਇਹ ਵੀ ਕਿ ਕੋਈ ਵੀ ਬੰਦਾ ਜਿਹੜਾ ਇੱਥੇ ਰਹਿਣ ਵਾਲਾ ਉਹ ਜਾਣਦਾ ਹਾਜੀ ਅਮਜਦ ਸਲੀਮ ਨੂੰ। ਜੀ ਜੀ ਤੇ ਉਹ ਮਾਸ਼ਾਅੱਲਾ ਮਾਸ਼ਾਅੱਲਾ ਅੱਲਾਹ ਤਾਲਾ ਹਰ ਕਿਸੇ ਨੂੰ ਇਸ ਤਰ੍ਹਾਂ ਨੇਕ ਬਣਾਏ। ਜੀ ਜੀ ਤੇ ਆਪਣਾ 5 ਵਕਤ ਦੇ ਨਮਾਜ਼ੀ ਨੇ, ਪਰਹੇਜ਼ਗਾਰ ਨੇ, ਇਮਾਨਦਾਰ ਨੇ। ਉਹਨਾਂ ਦੇ ਸੱਜਣਾ ਸਾਥੀਆਂ ਨੂੰ ਮਿਲੋ ਜਿਹੜੇ ਬੜੇ ਬੜੇ ਪੁਰਾਣੇ, ਉਹਨਾਂ ਨੂੰ 25 30 40 ਸਾਲ ਤੋਂ ਜਾਣਨ ਵਾਲੇ ਨੇ, ਉਹ ਤੁਹਾਨੂੰ ਉਹਨਾਂ ਦਾ ਬਕਾਇਦਾ ਦੱਸਣ ਦੇ ਕਿ ਬਈ ਇਹ ਬੰਦੇ ਜਿਹੜੇ ਨੇ ਕਿੰਨੇ ਅੱਛੇ ਨੇ। ਜੀ ਜੀ ਤੇ ਉਹਨਾਂ ਤੇ ਪੂਰਾ ਯਕੀਨ ਕੀਤਾ ਜਾ ਸਕਦਾ ਕਿ ਇਹ ਬੰਦਾ ਕੰਮ ਜਿਹੜਾ ਨਾ ਨਾਲ ਆਪਣੀ ਟੀਮ ਲੈ ਕੇ ਸਹੀ ਕਰੇਗਾ। ਠੀਕ ਹੋ ਗਿਆ। ਤੇ ਇਸ ਵਾਸਤੇ ਅਸੀਂ ਫਿਰ ਜਿਹੜਾ ਇਹ ਗਰੁੱਪ ਜਿਹੜਾ ਵੇ ਇਹਨੂੰ ਚੂਜ਼ ਕੀਤਾ ਸਪੈਸ਼ਲੀ ਇਸ ਵਾਸਤੇ। ਅਮਰੀਕਾ ਤੋਂ ਇੱਥੇ ਆ ਕੇ ਬੈਠੇ ਆ, ਮੈਨੂੰ 3 ਮਹੀਨੇ ਹੋ ਗਏ ਨੇ। ਜੀ ਜੀ ਔਰ ਇਹ 6 ਮਹੀਨੇ ਵੀ ਲੱਗੇ ਤਾਂ ਮੈਂ ਇਲੈਕਸ਼ਨ ਲੜ ਕੇ ਇਨਸ਼ਾਅੱਲਾ ਜਾਣਾ, ਔਰ ਅੱਲਾਹ ਤਾਲਾ ਸਾਡੀ ਮਦਦ ਕਰੇਗਾ, ਔਰ ਮੈਨੂੰ ਪੂਰਾ ਯਕੀਨ ਹੈ ਅਸੀਂ ਜਿੱਤਾਂਗੇ ਵੀ ਇਲੈਕਸ਼ਨ। ਸਹੀ। ਤੁਸੀਂ ਸਮਝਦੇ ਹੋ ਕਿ ਪੈਗਾਮ ਕੀ ਦੇਣਾ ਚਾਹੋਗੇ ਇੱਥੇ ਦੇ ਰਿਹਾਇਸ਼ੀਆਂ ਨੂੰ ਕਿ 12 ਮਾਰਚ ਨੂੰ ਘਰੋਂ ਨਿਕਲਣ ਔਰ ਆ ਕੇ ਫਾਊਂਡਰ ਗਰੁੱਪ ਨੂੰ ਵੋਟ ਪਾਉਣ? ਫਾਊਂਡਰ ਗਰੁੱਪ ਨੂੰ ਵੋਟ ਪਾਉਣ, ਔਰ ਦੂਸਰਾ ਇਹ ਵੇ ਕਿ ਆਪਣਾ ਹਰ ਬੰਦੇ ਨੂੰ ਨਾ ਜਿਹੜਾ ਵੇ ਆਪਣਾ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਸੋਚਣਾ ਚਾਹੀਦਾ ਆਪਣਾ ਨਫਾ ਨੁਕਸਾਨ ਜਿਹੜਾ ਆਪਣੇ ਜ਼ਮੀਰ ਦੇ ਮੁਤਾਬਕ ਤੁਸੀਂ ਦੇਖ ਲਓ ਕਿ ਜਿਹੜਾ ਬੰਦਾ ਸਹੀ ਹੈ ਉਹਨੂੰ ਵੋਟ ਦਿਓ। ਠੀਕ ਹੈ। ਇਹ ਜਿਹੜਾ ਪਹਿਲੇ ਮੈਂ ਦੱਸਿਆ ਬਰਾਦਰੀਜ਼ਮ ਜਾਂ ਸਿਫਾਰਿਸ਼ਾਂ ਜਾਂ ਰਿਸ਼ਤੇਦਾਰੀਆਂ, ਇਹ ਸਭ ਚੀਜ਼ਾਂ ਬਾਅਦ ਦੀਆਂ ਨੇ। ਪਹਿਲੇ ਤੁਸੀਂ ਵੇਖੋ ਕਿ ਕਿਹੜਾ ਬੰਦਾ ਬਿਲਕੁਲ ਤੁਹਾਡਾ ਪਰਫੈਕਟ ਆ ਰਿਹਾ ਜਾਂ ਅੱਛਾ ਬੰਦਾ ਹੈ ਜਿਹੜਾ ਵੇ ਤੁਹਾਡੇ ਵਾਸਤੇ ਮੁਸਤਕਬਲ ਵਾਸਤੇ ਬਿਹਤਰ ਰਹੇਗਾ, ਉਹਨੂੰ ਮਤਲਬ ਹੈ ਕਿ ਚਾਂਸ ਦੇਣਾ ਚਾਹੀਦਾ। ਤੇ ਉਹਦੇ ਵਿੱਚ ਕੋਈ ਦੂਸਰੀ ਸਾਈਡ ਤੇ ਜਾਂ ਇੱਧਰ ਮੈਂ ਆਖਾਂਗਾ ਜਿਹੜਾ ਬੰਦਾ ਤੁਹਾਡਾ ਜ਼ਮੀਰ ਮੰਨਦਾ ਨਾ ਉਹਨੂੰ ਵੋਟ ਦਿਓ। ਔਰ ਉਹ ਮੈਨੂੰ ਪੂਰਾ ਯਕੀਨ ਹੈ ਕਿ ਦੂਸਰੀ ਸਾਈਡ ਤੇ ਜਿਹੜਾ ਵੇ ਉਹ ਜਿਹੜੇ ਜੀ ਇੱਥੇ ਰਹਿਣ ਵਾਲੇ ਨੇ ਉਹ ਸਮਝਦੇ ਨੇ ਇਸ ਚੀਜ਼ ਨੂੰ, ਜਿਹੜੇ ਰਿਹਾਇਸ਼ੀ ਨੇ, ਜਿਹੜੇ ਪਲਾਟਾਂ ਛਲਾਟਾਂ ਵਾਲੇ ਨੇ ਪਿੰਡਾਂ ਵਿੱਚ ਨੇ ਦੂਰ ਨੇੜੇ, ਉਹਨਾਂ ਨੂੰ ਨਹੀਂ ਇੰਨਾ ਇਲਮ ਕਿ ਇੱਥੇ ਕੀ ਹੋਇਆ ਪਿਛਲੇ ਇਹ ਜਿਹੜਾ ਹੁਣ ਗੁਜ਼ਰਿਆ। ਹਾਂਜੀ, ਇਸ ਵਾਸਤੇ ਉਹਨਾਂ ਨੂੰ ਨਹੀਂ ਇੰਨਾ ਇਲਮ। ਤੇ ਜਿਹੜੇ ਰਹਿਣ ਵਾਲੇ ਨੇ ਉਹ ਜ਼ਰਾ ਅੱਛੀ ਤਰ੍ਹਾਂ ਜਾਣਦੇ ਨੇ। ਇਸ ਵਾਸਤੇ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ। ਠੀਕ ਹੈ। ਤੇ ਸਾਡੇ ਇਮਾਨ ਦਾ ਵੀ ਤਕਾਜ਼ਾ ਇਹ ਹੀ ਹੈ ਕਿ ਜਿਹੜਾ ਬੰਦਾ ਸਹੀ ਹੈ ਉਹਨੂੰ ਫਾਲੋ ਕਰੋ ਜਾਂ ਉਹਨੂੰ ਪ੍ਰਾਮਨਸ ਦਿਓ ਜਿਹੜੀ ਹੈ। ਹਾਂਜੀ, ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ ਚੌਧਰੀ ਸਾਬਰ ਹੁਸੈਨ ਵੜਾਈ ਸਾਹਿਬ। ਤਾਬਿਆਦਾਰ ਜਨਾਬ, ਬੜੀ ਮਿਹਰਬਾਨੀ ਤੇ ਅੱਲਾ ਹਾਫਿਜ਼। जी जी तो बहुत शुक्रिया चौधरी साबर वड़ाई साहब, आपने अपने कीमती टाइम में हमारे नाज़रीन के लिए हमारे लिए टाइम निकाला। आप कोर कमेटी फाउंडर ग्रुप के मरकज़ी रहनुमा हैं, आज मेरे साथ मौजूद थे। मैंने कोशिश की कि उनसे डिशी कॉलोनी के मेजर मसाइल के ऊपर बात की जाए
جو ڈیسی کالونی کی سابقہ رجیم 2-3 گزری ہیں ان کے اوپر بات کی جائے، اور فونڈو گروپ کے ساتھ چلنے کی بڑی وجہ بیان کی جائے، اور کہ وہ فونڈو گروپ کے ساتھ کیوں ہیں، اور دیار غیر سے، امریکہ سے اپنا کاروبار چھوڑ کے، فیملی چھوڑ کے ڈیسی کالونی میں اس وقت مقیم ہے اپنے گھر میں، جہاں سے وہ فونڈو گروپ کی کمپین کے لیے، اس کی کامیابی کے لیے ہر وقت ہمیں نظر آتے ہیں کہ اس کے لیے محنت کر رہے ہیں۔ تو امید ہے ان کی گفتگو آپ کو پسند آئے گی۔ مجھے دیجیے اجازت، اگلے پروگرام تک کے لیے اللہ